बहुत ही प्यारे बच्चों, ਅੱਜ ਆਪਾਂ ਤੁਹਾਡੀ ਪਾਠ ਪੁਸਤਕ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਦੇ ਵਿੱਚ ਸੰਤ ਰਾਮ ਉਦਾਸੀ ਜੀ ਦੁਆਰਾ ਲਿਖੀ ਹੋਈ ਕਵਿਤਾ ਕਮੀਆਂ ਦਾ ਵਿਹੜਾ ਪੜ੍ਹਾਂਗੇ। ਪਰ ਉਸ ਤੋਂ ਪਹਿਲਾਂ ਮੈਂ ਸੰਤ ਰਾਮ ਉਦਾਸੀ ਜੀ ਦੇ ਜੀਵਨ ਦੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹਾਂਗੀ। ਜੀਵਨ ਉਦਾਸੀ ਦੇ ਜਨਮ ਦੀ ਤਾਰੀਖ ਹੈ 20 ਅਪ੍ਰੈਲ 1939 ਈਸਵੀ। ਉਹ ਬਰਨਾਲੇ ਦੇ ਨੇੜੇ ਰਾਏਸਰ ਨਾਂ ਦੇ ਪਿੰਡ ਵਿੱਚ ਕਮੀਆਂ ਦੇ ਵਿਹੜੇ ਵਿੱਚ ਸੂਰਜ ਵਾਂਗ ਚੜ੍ਹਿਆ ਸੀ। ਉਸਨੇ 1961 ਈਸਵੀ ਵਿੱਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਬਰਨਾਲਾ ਸਾਹਿਤ ਸਭਾ ਦਾ ਮੈਂਬਰ ਅਤੇ ਨਕਸਲਬਾੜੀ ਸਿਆਸਤ ਵਿੱਚ ਸਰਗਰਮ ਰਿਹਾ। ਉਸ ਦਾ ਦੇਹਾਂਤ 1986 ਈਸਵੀ ਵਿੱਚ ਸ਼੍ਰੀ ਹਜ਼ੂਰ ਸਾਹਿਬ ਤੋਂ ਇੱਕ ਕਵੀ ਦਰਬਾਰ ਤੋਂ ਵਾਪਸ ਮੁੜਦਿਆਂ ਅਚਾਨਕ ਹੋ ਗਿਆ ਸੀ। ਕਾਵਿ ਰਚਨਾਵਾਂ ਲਹੂ ਭਿੱਜੇ ਬੋਲ, ਸੈਨਤਾ, ਕਮੀਆਂ ਦਾ ਵਿਹੜਾ, ਚੌਨੁਕਰੀਆਂ ਸਿੱਖਾਂ ਆਦਿ। ਸੰਤ ਰਾਮ ਉਦਾਸੀ ਇੱਕ ਜੁਝਾਰਵਾਦੀ ਕਵੀ ਹੈ। ਉਦਾਸੀ ਨੇ ਮਜ਼ਦੂਰ ਤੇ ਦਲਿਤ ਵਰਗ ਲਈ ਮਾਇਕ ਔਕੜਾਂ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਗੀਤਾਂ ਰਾਹੀਂ ਪ੍ਰਗਟਾਇਆ ਹੈ। ਇਹਨਾਂ ਗੀਤਾਂ ਕਰਕੇ ਉਦਾਸੀ ਨੂੰ ਲੋਕ ਕਵੀ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਗੀਤਾਂ 'ਚ ਉਦਾਸੀ ਨੇ ਲੋਕ ਜੀਵਨ ਨੂੰ ਲੋਕ ਗੀਤ ਰੂਪ ਵਿੱਚ ਪੇਸ਼ ਕੀਤਾ ਹੈ। ਮਜ਼ਦੂਰ ਵਰਗ ਅਤੇ ਨਿਮਨ ਕਿਰਸਾਨੀ ਦੀ ਬਦਹਾਲੀ ਦਾ ਜ਼ਿਕਰ ਉਦਾਸੀ ਨੇ ਬੜੇ ਭਾਵੁਕਤਾ ਨਾਲ ਕੀਤਾ ਹੈ। ਹੱਥਲੀ ਪਾਠ ਪੁਸਤਕ ਵਿੱਚ ਉਸ ਦੀ ਕਵਿਤਾ ਕਮੀਆਂ ਦਾ ਵਿਹੜਾ ਸ਼ਾਮਲ ਕੀਤੀ ਗਈ ਹੈ। ਇਸ ਕਵਿਤਾ ਵਿੱਚ ਕਵੀ ਨੇ ਪੂੰਜੀਵਾਦੀ ਨਿਜ਼ਾਮ ਵਿੱਚ ਮਜ਼ਦੂਰ ਵਰਗ ਦੀ ਹਾਲਤ ਬਿਆਨੀ ਹੈ ਅਤੇ ਉਹ ਇਸ ਨਿਜ਼ਾਮ ਵਿੱਚ ਕ੍ਰਾਂਤੀ ਲਿਆਉਣ ਦਾ ਇੱਛੁਕ ਹੈ। ਪੂੰਜੀਵਾਦੀ ਕੀ ਹੁੰਦਾ ਬੱਚੋ? ਪੂੰਜੀਵਾਦੀ ਦਾ ਮਤਲਬ ਹੁੰਦਾ ਜਿੱਥੇ ਪੈਸਾ ਹੋਵੇ, ਮਤਲਬ ਕਾਮੇ ਬਹੁਤ ਕੰਮ ਕਰੀ ਜਾਣ ਅਤੇ ਪੈਸਾ ਕੁਝ ਹੱਥਾਂ ਦੇ ਵਿੱਚ ਹੀ ਰਹੀ ਜਾਵੇ। ਪੂੰਜੀ ਮਤਲਬ ਪੈਸਾ, ਠੀਕ ਹੈ ਨਾ। ਵੀ ਕਮੀਆਂ ਦੀ ਜੋ ਭਾਵਨਾਵਾਂ ਨੇ ਉਹਨਾਂ ਦੀ ਕਦਰ ਨਹੀਂ ਕੀਤੀ ਜਾਂਦੀ। ਇੱਥੇ ਕੋਈ ਬਿਮਾਰੀ ਨਹੀਂ ਦੇਖੀ ਜਾਂਦੀ। ਉਹ ਕੰਮ ਕਰਦੇ ਰਹਿੰਦੇ ਨੇ ਜੋ ਕਿਰਤੀ ਨੇ, ਠੀਕ ਹੈ ਨਾ। ਅਤੇ ਪੂੰਜੀਵਾਦੀ ਸਰਮਾਏਦਾਰ ਸਾਰੇ ਦਾ ਸਾਰਾ ਪੈਸਾ ਇਕੱਠਾ ਕਰੀ ਜਾਂਦੇ ਨੇ, ਠੀਕ ਹੈ। ਅਤੇ ਚਲੋ ਬੱਚਿਓ ਆਪਾਂ ਪੜ੍ਹੀਏ ਫਿਰ ਕਮੀਆਂ ਦਾ ਵਿਹੜਾ। ਇਹ ਗਾਈ ਬਹੁਤ ਸੋਹਣੀ ਜਾਂਦੀ ਹੈ ਬੱਚਿਓ, ਹਰ ਇੱਕ ਕਵਿਤਾ ਬਹੁਤ ਸੋਹਣੀ ਗਾਈ ਜਾਂਦੀ ਹੈ ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਜੋ ਰੂਪ ਹੈ ਇਸ ਦਾ ਗਾ ਕੇ ਦੱਸਾਂਗੀ। ਮਾਂ ਧਰਤੀ ਏ ਤੇਰੀ ਗੋਦ ਨੂੰ ਹੋਰ ਚੰਨ ਬਥੇਰੇ, ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ, ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ, ਜਿੱਥੇ ਵਾਲ ਤਰਸਦੇ ਕੰਗੀਆਂ ਨੂੰ, ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ, ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਸੋ ਇਸ ਤਰ੍ਹਾਂ ਬੱਚਿਓ ਇਹ ਗਾਈ ਜਾ ਸਕਦੀ ਆ। ਤੁਸੀਂ ਆਪਣੇ ਅਨੁਸਾਰ ਵੀ ਇਸ ਨੂੰ ਗਾ ਸਕਦੇ ਹੋ। ਸੋ ਹੁਣ ਆਪਾਂ ਪ੍ਰਸੰਗ ਕਰਦੇ ਹਾਂ ਇਸ ਦਾ ਕਿ ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਸੰਤ ਰਾਮ ਉਦਾਸੀ ਜੀ ਦੀ ਕਵਿਤਾ ਕਮੀਆਂ ਦਾ ਵਿਹੜਾ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਦੇਸ਼ ਦੀ ਦਲਿਤ ਕਮੀ ਸ਼੍ਰੇਣੀ ਦੀ ਮੰਦਹਾਲੀ ਭਰੀ ਹਾਲਤ ਨੂੰ ਪੇਸ਼ ਕਰਦਿਆਂ ਕੁਦਰਤ ਨੂੰ ਵਿਅੰਗਾਤਮਕ ਰੂਪ ਵਿੱਚ ਪੇਸ਼ ਕੀਤਾ ਹੈ, ਪਰੰਤੂ ਨਾਲ ਹੀ ਕ੍ਰਾਂਤੀ ਦੀ ਆਸ਼ਾ ਨੂੰ ਵੀ ਪ੍ਰਗਟ ਕੀਤਾ ਹੈ। ਇਹ ਕਵਿਤਾ ਮੁੱਖ ਤੌਰ 'ਤੇ ਸੂਰਜ ਨੂੰ ਸੰਬੋਧਿਤ ਹੈ। ਮਾਂ ਧਰਤੀ ਏ ਤੇਰੀ ਗੋਦ ਨੂੰ ਹੋਰ ਚੰਨ ਬਥੇਰੇ, ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਕਵੀ ਧਰਤੀ ਮਾਂ ਨੂੰ ਕਹਿੰਦਾ ਹੈ ਕਿ ਤੇਰਾ ਮਨ ਪਰਚਾਉਣ ਲਈ ਤਾਂ ਚੰਨ ਬਥੇਰੇ ਹਨ ਅਤੇ ਤੈਨੂੰ ਦਲਿਤਾਂ ਦੇ ਦੁੱਖਾਂ ਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ। ਉਹ ਸੂਰਜ ਨੂੰ ਸੰਬੋਧਿਤ ਕਰਦਾ ਹੈ ਕਿ ਕਿਸੇ ਦੇ ਦੁੱਖ ਤਕਲੀਫ ਦੀ ਪਰਵਾਹ ਕੀਤੇ ਬਿਨਾਂ
ਦਲਿਤ ਕੰਮੀਆਂ ਦੇ ਵਿਹੜੇ ਵਿੱਚ ਚਮਕਦਾ ਰਹੇ। ਕੰਮੀ ਕੌਣ ਹੁੰਦੇ ਨੇ ਬੱਚੋ? ਜੋ ਕਿਰਤੀ ਹੁੰਦੇ ਨੇ, ਠੀਕ ਹੈ ਨਾ। ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ। ਸੰਗ ਕੀ ਹੁੰਦਾ? ਗਲ ਨੂੰ ਆਪਾਂ ਕਹਿ ਦਿੰਦੇ ਹਾਂ ਬੱਚੋ, ਠੀਕ ਹੈ ਨਾ। ਤਾਂ ਉਹ ਕਹਿੰਦੇ ਨੇ ਵੀ ਜੋ ਕਾਮੇ ਨੇ ਵਿਚਾਰੇ, ਜੋ ਦਿਨ ਰਾਤ ਕੰਮ ਕਰਦੇ ਰਹਿੰਦੇ ਨੇ, ਇਹ ਉਹ ਵਿਹੜੇ ਹਨ ਜਿੱਥੇ ਦੁੱਖਾਂ ਤਕਲੀਫਾਂ ਤੋਂ ਤੰਗ ਲੋਕ ਆਪਣੀਆਂ ਤੰਗੀਆਂ ਦੇ ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਜਿੱਥੇ ਉਹਨਾਂ ਦੇ ਅੰਦਰੋਂ ਨਿਕਲਣ ਵਾਲੀਆਂ ਦੁੱਖ ਭਰੀਆਂ ਆਵਾਜ਼ਾਂ ਨੂੰ ਦਬਾਉਣ ਲਈ ਸਰਮਾਏਦਾਰ ਜਾਗੀਰਦਾਰ ਤਾਕਤਾਂ ਉਹਨਾਂ ਦੀਆਂ ਸੰਗੀਆਂ ਨੂੰ ਅੰਗੂਠਿਆਂ ਨਾਲ ਦਬਾ ਦਿੰਦੇ ਹਨ। ਜਿੱਥੇ ਵਾਲ ਤਰਸਦੇ ਕੰਘੀਆਂ ਨੂੰ, ਜਿੱਥੇ ਬੱਚਿਆਂ ਨੂੰ ਆਪਣੇ ਵਾਲ ਸਵਾਰਨ ਲਈ ਕੰਘੀਆਂ ਵੀ ਨਹੀਂ ਮਿਲਦੀਆਂ। ਨੱਕ ਵਗਦੇ, ਅੱਖਾਂ ਚੁੰਨੀਆਂ ਤੇ ਦੰਦ ਕਰੇੜੇ। ਉਹਨਾਂ ਦੀ ਨੱਕ ਵਗਦੇ ਹਨ, ਅੱਖਾਂ ਰੋਗ ਕਾਰਨ ਚੁੰਨੀਆਂ ਹੋ ਜਾਂਦੀਆਂ ਹਨ ਤੇ ਦੰਦ ਕਰੇੜੇ ਨਾਲ ਭਰ ਜਾਂਦੇ ਹਨ, ਠੀਕ ਹੈ ਨਾ। ਮਤਲਬ ਕਿਉਂਕਿ ਉਹ ਆਪਣਾ ਧਿਆਨ ਨਹੀਂ ਰੱਖ ਸਕਦੇ ਗਰੀਬੀ ਕਾਰਨ। ਜਿੱਥੇ ਰੂਹ ਬਣ ਗਈ ਇੱਕ ਹਵਾ ਹੈ, ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ, ਜਿੱਥੇ ਕੈਦ ਅਣਖ ਦਾ ਲਾਵਾ ਹੈ, ਜਿੱਥੇ ਅਕਲ ਮਸੋਸੀ ਮੁੜ ਪਈ। ਖਾ ਰੋਜ਼ ਥਪੇੜੇ, ਤੂੰ ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ। ਬੱਚੋ ਹਵਾ ਕੀ ਹੁੰਦਾ? ਹੌਕਾ ਹੁੰਦਾ। ਮਸੋਸੀ ਦਾ ਮਤਲਬ ਹੁੰਦਾ ਨਿਰਾਸ਼। ਕਵੀ ਬੜੇ ਦੁੱਖ ਤੇ ਵਿਅੰਗ ਨਾਲ ਸੂਰਜ ਨੂੰ ਕਹਿੰਦਾ ਹੈ ਕਿ ਉਹ ਕਿਸੇ ਦੇ ਦੁੱਖ ਤਕਲੀਫ ਦੀ ਪਰਵਾਹ ਕੀਤੇ ਬਿਨਾਂ ਕੰਮੀਆਂ ਦੇ ਵਿਹੜੇ ਵਿੱਚ ਚਮਕਦਾ ਰਹੇ। ਇਹ ਵਿਹੜਾ ਉਹ ਹੈ ਜਿੱਥੇ ਦੁੱਖਾਂ ਵਿੱਚ ਫਸੀ ਮਨੁੱਖਾਂ ਦੀ ਰੂਹ ਇੱਕ ਹਵਾ ਤੇ ਜ਼ਿੰਦਗੀ ਇੱਕ ਪਛਤਾਵਾ ਬਣ ਕੇ ਰਹਿ ਜਾਂਦੀ ਹੈ। ਇਹ ਉਹ ਥਾਂ ਹੈ ਜਿੱਥੇ ਜਾਗੀਰਦਾਰ ਸਰਮਾਏਦਾਰ ਆਪਣੇ ਕੰਮੀਆਂ ਦੇ ਰੋਹ ਦਾ ਲਾਵਾ ਬਾਹਰ ਨਹੀਂ ਨਿਕਲਣ ਦਿੰਦੇ, ਜਿੱਥੇ ਇਹਨਾਂ ਲੋਟੂ ਤਾਕਤਾਂ ਦੇ ਥਪੇੜੇ ਖਾ ਖਾ ਕੇ ਨਿਰਾਸ਼ ਹੋਈ ਅਕਲ ਪਿੱਛੇ ਮੁੜ ਪੈਂਦੀ ਹੈ ਤੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਕੁਝ ਅੱਗੇ ਸੋਚਣ ਦਾ ਯਤਨ ਹੀ ਨਹੀਂ ਕਰਦੀ। ਜਿੱਥੇ ਲੋਕ ਬੜੇ ਮਜਬੂਰ ਜਿਹੇ, ਦਿੱਲੀ ਦੇ ਦਿਲ ਤੋਂ ਦੂਰ ਜਿਹੇ ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ, ਜਿੱਥੇ ਮਰ ਕੇ ਚਾਂਬਲ ਜਾਮਦੇ ਹਨ ਭੂਤ ਜਠੇਰੇ, ਤੂੰ ਮੰਗਦਾ ਰਹੀ ਵੇ। ਚਾਂਬਲ ਦਾ ਮਤਲਬ ਹੁੰਦਾ ਕੋਈ ਬੰਦਾ ਜਦੋਂ ਆਪਾਂ ਕਹਿੰਦੇ ਚਾਂਬਲ ਜਾਂਦਾ ਵੀ ਹੋਰ ਹੀ ਹਵਾ ਦੇ ਵਿੱਚ ਹੋ ਜਾਂਦਾ ਨਾ। ਕਵੀ ਬੜੇ ਦੁੱਖ ਨਾਲ ਕਹਿੰਦਾ ਹੈ, ਮਤਲਬ ਸੂਰਜ ਨੂੰ ਕਹਿੰਦਾ ਹੈ ਕਿ ਕਿਸੇ ਦੇ ਦੁੱਖ ਤਕਲੀਫ ਦੀ ਪਰਵਾਹ ਕੀਤੇ ਬਿਨਾਂ ਉਹ ਕੰਮੀਆਂ ਦੇ ਵਿਹੜੇ ਵਿੱਚ ਚਮਕਦਾ ਰਹੇ। ਇਹ ਉਹ ਵਿਹੜਾ ਹੈ ਜਿੱਥੇ ਦੁੱਖਾਂ ਵਿੱਚ ਫਸੇ ਗਰੀਬ ਲੋਕ ਬਹੁਤ ਹੀ ਮਜਬੂਰ ਹਨ। ਦੇਸ਼ ਦਾ ਰਾਜ ਪ੍ਰਬੰਧ ਚਲਾ ਰਹੀ ਦਿੱਲੀ ਦੀ ਸਰਕਾਰ ਦੇ ਦਿਲ ਤੋਂ ਉਹ ਹਮੇਸ਼ਾ ਹੀ ਦੂਰ ਰਹਿੰਦੇ ਹਨ। ਮਤਲਬ ਸਰਕਾਰ ਨੂੰ ਕੁਝ ਨਹੀਂ ਪਤਾ ਲੱਗਦਾ ਉਹਨਾਂ ਬਾਰੇ। ਉਹਨਾਂ ਦੀ ਜੂਨ ਸੁਧਾਰਨ ਦੀ ਕੋਈ ਗੱਲ ਉਹਨਾਂ ਦੇ ਏਜੰਡੇ ਵਿੱਚ ਨਹੀਂ ਆਉਂਦੀ। ਮਤਲਬ ਉਹ ਸਰਕਾਰਾਂ ਕੁਝ ਨਹੀਂ ਕਰਦੀਆਂ ਉਹਨਾਂ ਲਈ, ਜਿਸ ਕਰਕੇ ਉਹ ਭੁੱਖਾਂ ਵਿੱਚ ਮਰਨ ਲਈ ਮਸ਼ਹੂਰ ਹੋਏ ਰਹਿੰਦੇ ਹਨ। ਉਹਨਾਂ ਦੇ ਤਾਂ ਜਠੇਰੇ ਮਰ ਕੇ ਵੀ ਭੂਤ ਬਣ ਕੇ ਚਾਂਬਲੇ ਹੋਏ ਹਨ। ਉਹਨਾਂ ਦੇ ਦੁੱਖਾਂ ਵਿੱਚ ਵਾਧਾ ਕਰਦੇ ਪ੍ਰਤੀਤ ਹੁੰਦੇ ਹਨ। ਜਿੱਥੇ ਬੰਦਾ ਜੰਮਦਾ ਸੀਰੀ ਹੈ, ਸੀਰੀ ਦਾ ਮਤਲਬ ਹੁੰਦਾ ਜੋ ਬੱਚੋ ਖੇਤਾਂ ਦੇ ਵਿੱਚ ਕੰਮ ਕਰਦੇ ਹਨ, ਮਤਲਬ ਜੰਮਣ ਸਾਰ ਹੀ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ, ਠੀਕ ਹੈ ਨਾ। ਪਿਓ ਦਾ ਕਰਜ਼ਾ ਲਾਉਣ ਲਈ ਜ਼ਿਮੀਂਦਾਰਾਂ ਦੇ ਸੀਰੀ ਰਲਦੇ ਹਨ। ਟਕਿਆਂ ਦੀ ਮੀਰੀ ਪੀਰੀ ਹੈ, ਇੱਥੇ ਤਾਂ ਹਰ ਪਾਸੇ ਪੈਸੇ ਵਾਲੇ, ਟਕੇ ਦਾ ਮਤਲਬ ਹੁੰਦਾ ਪੈਸੇ ਵਾਲਿਆਂ ਦਾ ਰਾਜ ਚੱਲਦਾ ਹੈ। ਜਿੱਥੇ ਕਰਜ਼ੇ ਹੇਠ ਪੰਜੀਰੀ ਹੈ, ਇਹਨਾਂ ਘਰਾਂ ਵਿੱਚ ਵਸਦੇ ਲੋਕਾਂ ਉੱਤੇ ਕਰਜ਼ੇ ਦਾ ਭਾਰ ਇੰਨਾ ਵਧਿਆ ਹੁੰਦਾ ਹੈ ਕਿ ਉਹਨਾਂ ਵਿੱਚ ਪੰਜੀਰੀ ਵਰਗਾ ਕੋਈ ਪੌਸ਼ਟਿਕ ਖਾਣਾ ਨਹੀਂ, ਮਤਲਬ ਸਿਰਫ ਕਰਜ਼ਾ ਹੀ ਕਰਜ਼ਾ ਹੈ। ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਵਿਹੜੇ। ਸੂਦ ਦਾ ਮਤਲਬ ਹੁੰਦਾ ਬੱਚੋ ਵਿਆਜ। ਜੋ ਆਪਾਂ ਕਿਸੇ ਤੋਂ ਪੈਸੇ ਲੈ ਲੈਂਦੇ ਨਾ, ਉਹ ਪੈਸੇ ਤਾਂ ਆਪਾਂ ਮੋੜਨੇ ਨੇ, ਪਰ ਉੱਪਰ ਉਸ ਪੈਸਿਆਂ ਦੇ ਉੱਪਰ ਆਪਾਂ ਨੂੰ ਵਿਆਜ ਲੱਗਦਾ, ਉਹ ਵੀ ਮੋੜਨਾ ਪੈਂਦਾ ਨਾ, ਠੀਕ ਹੈ। ਵੀ ਜੰਮਦੇ ਬੱਚਿਆਂ ਕੋਲ ਨੂੰ ਕੀ ਮਿਲਦਾ ਹੈ ਵਿਰਾਸਤ ਦੇ ਵਿੱਚ? ਕਰਜ਼, ਜੋ ਉਹਨਾਂ ਨੇ ਲਾਉਣਾ ਹੈ। ਜੇ ਸੋਕਾ ਇਹੀ ਸੜਦੇ ਨੇ, ਸੋਕੇ ਦਾ ਮਤਲਬ ਹੁੰਦਾ ਔੜ ਦੇ ਵਿੱਚ ਜਦੋਂ ਮੀਂਹ ਨਹੀਂ ਪੈਂਦਾ ਹੈ ਨਾ, ਤਾਂ ਉਹ ਕਹਿੰਦੇ ਨੇ ਵੀ ਜੇਕਰ ਸੋਕਾ ਪੈ ਜਾਵੇ ਉਹ ਸੜਦੇ ਨੇ, ਅਰਥਾਤ ਬਹੁਤੇ ਨੁਕਸਾਨ ਉਹਨਾਂ ਨੂੰ ਹੀ ਝੱਲਣੇ ਪੈਂਦੇ ਹਨ। ਜੇ ਡੋਬਾ ਇਹੀ ਮਰਦੇ ਨੇ, ਡੋਬਾ ਮਤਲਬ ਜਦੋਂ ਬਹੁਤ ਮੀਂਹ ਪੈ ਜੇ ਤਾਂ ਇਹੀ ਮਰਦੇ ਹਨ, ਮਤਲਬ ਬਹੁਤ ਨੁਕਸਾਨ ਹੁੰਦਾ ਹੈ।
ਸਭ ਕਹਿਰ ਇੰਨਾ ਸਿਰ ਵਾਰਦੇ ਨੇ। ਇਸ ਕੁਦਰਤ ਦੇ ਕਹਿਰਾਂ ਦੀ ਸਾਰੀ ਮਾਰ ਵੀ ਉਹਨਾਂ ਨੂੰ ਹੀ ਸਹਿਣੀ ਪੈਂਦੀ ਹੈ। ਜਿੱਥੇ ਫਸਲਾਂ ਨੇ ਛੱਡ ਜਾਂਦੀਆਂ ਅਰਮਾਨ ਤਰੇੜੇ। ਇਹ ਉਹ ਵਿਹੜਾ ਹੈ ਜਿੱਥੇ ਵਸਦੇ ਲੋਕਾਂ ਦੇ ਅਰਮਾਨ ਕੁਦਰਤ ਦੀ ਕਰੋਪੀ ਨਾਲ ਫਸਲਾਂ ਤਬਾਹ ਹੋਣ ਕਾਰਨ ਤਿੜਕ ਜਾਂਦੇ ਹਨ ਅਤੇ ਵਿਚਾਰੇ ਹੱਥ ਮਲਦੇ ਰਹਿ ਜਾਂਦੇ ਹਨ। ਜਿੱਥੇ ਹਾਰ ਮੰਨ ਲਈ ਚਾਵਾਂ ਨੇ, ਜਿੱਥੇ ਉਹਨਾਂ ਦੇ ਜਿੰਨੇ ਵੀ ਚਾਅ ਮਲਾਰ ਸੀ ਸਾਰਿਆਂ ਨੇ ਹਾਰ ਮੰਨ ਲਈ ਹੈ। ਜਿੱਥੇ ਕੂੰਜ ਘੇਰ ਲਈ ਕਾਵਾਂ ਨੇ, ਇੰਝ ਲੱਗਦਾ ਹੈ ਵੀ ਜਿਵੇਂ ਜੋ ਕਾਵਾਂ ਨੇ ਕੂੰਜ ਘੇਰ ਲਈ ਹੋਵੇ, ਠੀਕ ਹੈ ਨਾ। ਅਤੇ ਮਤਲਬ ਕਵੀ ਬੜੇ ਦੁੱਖ ਅਤੇ ਵਿਅੰਗ ਨਾਲ ਸੂਰਜ ਨੂੰ ਕਹਿੰਦਾ ਹੈ ਕਿ ਉਹ ਕਿਸੇ ਦੇ ਦੁੱਖ ਤਕਲੀਫ ਦੀ ਪਰਵਾਹ ਕੀਤੇ ਬਿਨਾਂ ਦਲਿਤ ਕਮੀਆਂ ਦੇ ਵਿਹੜੇ ਵਿੱਚ ਮਗਦਾ ਰਹੇ। ਇਹ ਵਿਹੜੇ ਵਿੱਚ ਉਹ ਲੋਕ ਵਸਦੇ ਹਨ ਜਿਨ੍ਹਾਂ ਦੇ ਚਾਵਾਂ ਨੇ ਕੁਦਰਤ 'ਤੇ ਸ਼ੋਸ਼ਣ ਕਰਨ ਵਾਲੀਆਂ ਜਮਾਤਾਂ ਅੱਗੇ ਹਾਰ ਮੰਨ ਲਈ ਹੈ। ਇੱਥੋਂ ਦੇ ਹਾਲਾਤ ਤਾਂ ਇਸ ਤਰ੍ਹਾਂ ਦੇ ਹਨ ਜਿਵੇਂ ਬਹੁਤ ਸਾਰੇ ਕਾਵਾਂ ਨੇ ਇੱਕ ਕੂੰਜ ਨੂੰ ਘੇਰ ਲਿਆ ਹੋਵੇ। ਜਿੱਥੇ ਅਣਵਾਈਆਂ ਹੀ ਮਾਵਾਂ ਨੇ, ਜਿੱਥੇ ਧੀਆਂ ਹੋ ਕੇ ਲੈਂਦੀਆਂ ਅਸਮਾਨ ਜਡੇਰੇ ਤੋਂ ਮਗਦਾ ਰਹੀਵੇ। ਇਸ ਵਿਹੜੇ ਵਿੱਚ ਵਸਦੀਆਂ ਧੀਆਂ ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਅਤੇ ਉਹ ਕਾਮੀ ਜ਼ਿਮੀਂਦਾਰਾਂ ਦੀਆਂ ਹਰਕਤਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇੱਥੇ ਆਪਣੀ ਇੱਜ਼ਤ ਮਿੱਟੀ ਵਿੱਚ ਰੁਲਦੀ ਦੇਖ ਕੇ ਬੇਵੱਸ ਧੀਆਂ ਅਸਮਾਨ ਜਿੱਡੇ ਜਿੱਡੇ ਵੱਡੇ ਹੌਂਕੇ ਲੈਂਦੀਆਂ ਹਨ। ਤੂੰ ਆਪਣਾ ਆਪ ਮਚਾਉਂਦਾ ਹੈ ਪਰ ਆਪਾ ਹੀ ਰੁਸ਼ਨਾਉਂਦਾ ਹੈ, ਕਿਉਂ ਕਮੀਆਂ ਤੋਂ ਸ਼ਰਮਾਉਂਦਾ ਹੈ। ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਕਵੀ ਬੜੇ ਹੀ ਦੁੱਖ ਅਤੇ ਵਿਅੰਗ ਨਾਲ ਸੂਰਜ ਨੂੰ ਕਹਿੰਦਾ ਹੈ ਕਿ ਉਹ ਕਿਸੇ ਦੇ ਦੁੱਖ ਤਕਲੀਫ ਦੀ ਪਰਵਾਹ ਕੀਤੇ ਬਿਨਾਂ ਦਲਿਤ ਕਮੀਆਂ ਦੇ ਵਿਹੜੇ ਵਿੱਚ ਮਗਦਾ ਰਹੇ। ਉਹ ਆਪਣੇ ਆਪ ਨੂੰ ਅੱਗ ਦੀਆਂ ਬਲਦੀਆਂ ਲਪਟਾਂ ਵਿੱਚ ਜ਼ਰੂਰ ਲਪੇਟਦਾ ਹੈ, ਪਰੰਤੂ ਇਸ ਤਰ੍ਹਾਂ ਕਰਕੇ ਉਹ ਆਪਣੇ ਆਪ ਦਾ ਨਾਂ ਹੀ ਰੌਸ਼ਨ ਕਰਦਾ ਹੈ, ਆਪਣੇ ਆਪ ਨੂੰ ਹੀ ਰੁਸ਼ਨਾਉਂਦਾ ਹੈ। ਪਤਾ ਨਹੀਂ ਉਹ ਕਮੀਆਂ ਦੇ ਜੀਵਨ ਨੂੰ ਰੁਸ਼ਨਾਉਣ ਤੋਂ ਕਿਉਂ ਸ਼ਰਮਾਉਂਦਾ ਹੈ, ਪਰੰਤੂ ਉਸ ਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਦਲਿਤ ਕਮੀਆਂ ਦੀ ਜ਼ਿੰਦਗੀ ਦੇ ਇਸ ਤਰ੍ਹਾਂ ਦੇ ਮੰਦੇ ਹਾਲ ਸਦਾ ਨਹੀਂ ਰਹਿਣੇ। ਇਹਨਾਂ ਦੇ ਬਦਲਣ ਲਈ ਇੱਕ ਦਿਨ ਕ੍ਰਾਂਤੀ ਜ਼ਰੂਰ ਆਵੇਗੀ, ਜਿਸ ਨਾਲ ਸਭ ਮੰਦਹਾਲੀ ਦੂਰ ਹੋ ਜਾਵੇਗੀ। ਸੱਚਮੁੱਚ ਬੱਚਿਓ, ਜੋ ਕਿਰਤੀ ਹਨ, ਜੋ ਕਾਮੀ ਹਨ, ਬਹੁਤ ਮਿਹਨਤ ਕਰਦੇ ਨੇ ਬੱਚਿਓ, ਬਹੁਤ ਮਿਹਨਤ ਕਰਦੇ ਨੇ, ਪਰ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਨਹੀਂ ਮਿਲਦਾ। ਸੋ ਇਹੀ ਕਵਿਤਾ ਸੰਤ ਰਾਮ ਉਦਾਸੀ ਜੀ ਨੇ ਕਹੀ ਹੈ। ਅਤੇ ਹੁਣ ਆਪਾਂ ਇਸ ਦਾ ਕੇਂਦਰੀ ਭਾਵ ਕਰਦੇ ਹਾਂ ਬੱਚਿਓ ਕਿ ਜ਼ਿਮੀਂਦਾਰਾਂ ਦੇ ਸੀਰੀ ਕਰਜ਼ੇ ਮਾਰੇ ਦਲਿਤ ਕਮੀ, ਤੰਗੀਆਂ ਬਿਮਾਰੀਆਂ, ਮੰਦਹਾਲੀ, ਹੌਕੇ ਅਤੇ ਹਾਵਿਆਂ ਵਿੱਚ ਮਜਬੂਰੀ ਭਰਿਆ ਅਤੇ ਅਣਖਹੀਣ ਜੀਵਨ ਜਿਉਂਦੇ ਹਨ। ਪੈਸੇ ਵਾਲਾ ਧਨੀ ਵਰਗ ਉਹਨਾਂ ਨੂੰ ਦਬਾ ਕੇ ਰੱਖਦਾ ਹੈ। ਉਹਨਾਂ ਦੀ ਹਾਲਤ ਨੂੰ ਸੁਧਾਰਨਾ ਸਰਕਾਰ ਦੇ ਏਜੰਡੇ ਵਿੱਚ ਨਹੀਂ ਹੁੰਦਾ। ਇਹਨਾਂ ਦੇ ਘਰ ਜੰਮਦਾ ਬੱਚਾ ਇੱਕ ਤਰ੍ਹਾਂ ਨਾਲ ਜ਼ਿਮੀਂਦਾਰੀ ਦੇ ਜੋ ਕਰਜ਼ੇ ਹਨ ਅਤੇ ਸੂਦ ਵਿਆਜ ਹਨ ਉਹਨਾਂ ਹੇਠ ਦਬਿਆ ਹੁੰਦਾ ਹੈ। ਇਹਨਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਵੀ ਸੁਰੱਖਿਅਤ ਨਹੀਂ ਹਨ। ਕੁਦਰਤੀ ਕਰੋਪੀਆਂ ਭਾਵ ਸੋਕੇ ਅਤੇ ਜ਼ਿਆਦਾ ਮੀਂਹ ਦੇ ਕਾਰਨ ਇਹਨਾਂ ਨੂੰ ਹੀ ਨੁਕਸਾਨ ਝੱਲਣੇ ਪੈਂਦੇ ਹਨ, ਪਰੰਤੂ ਫਿਰ ਵੀ ਕਵੀ ਨੂੰ ਵਿਸ਼ਵਾਸ ਹੈ ਕਿ ਇਹਨਾਂ ਦੀ ਅਜਿਹੀ ਹਾਲਤ ਸਦਾ ਨਹੀਂ ਰਹਿ ਸਕਦੀ ਅਤੇ ਇੱਕ ਦਿਨ ਇਹੋ ਜਿਹੀ ਕ੍ਰਾਂਤੀ ਆਵੇਗੀ ਜੋ ਸਭ ਕੁਝ ਬਦਲ ਕੇ ਰੱਖ ਦੇਵੇਗੀ। ਅਤੇ ਹੁਣ ਆਪਾਂ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਦੇ ਹਾਂ ਬੱਚੋ। ਕਮੀਆਂ ਦਾ ਵਿਹੜਾ ਕਿਸ ਕਵੀ ਦੀ ਰਚਨਾ ਹੈ? ਸੰਤ ਰਾਮ ਉਦਾਸੀ ਜੀ ਦੀ। ਧਰਤੀ ਮਾਂ ਦੀ ਗੋਦ ਵਿੱਚ ਕੀ ਹੈ? ਬਹੁਤ ਸਾਰੇ ਚੰਨ। ਕਵੀ ਸੂਰਜ ਨੂੰ ਕਿਸ ਤਰ੍ਹਾਂ ਦਾ ਮਗਦਾ ਦੇਖਣਾ ਚਾਹੁੰਦਾ ਹੈ, ਮਤਲਬ ਕਿਸ ਥਾਂ ਮਗਦਾ ਦੇਖਣਾ ਚਾਹੁੰਦਾ ਹੈ? ਕਮੀਆਂ ਦੇ ਵਿਹੜੇ ਵਿੱਚ। ਕਮੀਆਂ ਦੇ ਵਿਹੜੇ ਵਿੱਚ ਸੰਗੀਆਂ ਵਿੱਚ ਕੀ ਦਿੱਤਾ ਜਾਂਦਾ ਹੈ? ਅੰਗੂਠੇ। ਕਮੀਆਂ ਦੇ ਵਿਹੜੇ ਵਿੱਚ ਵਾਲ ਕਿਸ ਚੀਜ਼ ਨਾਲ ਤਰਸਦੇ ਹਨ, ਮਤਲਬ ਕਿਸ ਚੀਜ਼ ਨੂੰ ਤਰਸਦੇ ਹਨ? ਕੰਘੀਆਂ ਨੂੰ। ਦਿੱਲੀ ਦੇ ਦਿਲ ਤੋਂ ਦੂਰ ਤੋਂ ਕੀ ਭਾਵ ਹੈ? ਸਰਕਾਰ ਦੀ ਬੇਧਿਆਨੀ। ਕਮੀਆਂ ਦੇ ਵਿਹੜੇ ਵਿੱਚ ਵਸਣ ਵਾਲੇ ਲੋਕ ਕਿਸ ਗੱਲ ਵਿੱਚ ਮਸ਼ਹੂਰ ਹਨ? ਭੁੱਖ ਲਈ। ਕਿੱਥੇ ਜੰਮਦੇ ਬੱਚੇ ਸੀਰੀ ਰਲਦੇ ਹਨ? ਕਮੀਆਂ ਦੇ। ਬਾਪੂ ਦੇ ਕਰਜ਼ ਦਾ ਸੂਦ ਕਿਸ ਨੂੰ ਕਿਹਾ ਗਿਆ ਹੈ? ਜੰਮਣ ਵਾਲੇ ਪੁੱਤ ਨੂੰ। ਕਮੀਆਂ ਦੇ ਵਿਹੜੇ ਕਵਿਤਾ ਵਿੱਚ ਅਸਮਾਨ ਜਿੱਡੇ ਹੌਕੇ ਕਿਸ ਦੇ ਹਨ? ਧੀਆਂ ਦੇ। ਕਮੀਆਂ ਦਾ ਵਿਹੜਾ ਕਵਿਤਾ ਦੀ ਸੁਰ ਕਿਹੋ ਜਿਹੀ ਹੈ? ਜੁਝਾਰਵਾਦੀ।
ਸੋ ਬੱਚਿਓ ਬਹੁਤ ਸੋਹਣੀ ਕਵਿਤਾ ਹੈ, ਠੀਕ ਹੈ ਨਾ। ਪੜ੍ਹਿਆ ਕਰੋ, ਉਹਨਾਂ ਦੀ ਕਵਿਤਾਵਾਂ ਬਹੁਤ ਸੋਹਣੀਆਂ ਨੇ। ਵੱਧ ਤੋਂ ਵੱਧ ਪੰਜਾਬੀ ਸਾਹਿਤ ਪੜ੍ਹਿਆ ਕਰੋ ਬੱਚਿਓ, ਠੀਕ ਹੈ ਨਾ। ਬਹੁਤ ਅਮੀਰ ਵਿਰਸਾ ਹੈ ਆਪਣਾ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।